ਲੁਧਿਆਣਾ ਇੰਪਰੂਵਮੈਂਟ ਟਰਸਟ ਦੀ ਮਹਿੰਗੀ ਜ਼ਮੀਨਾਂ ਨੂੰ ਸਸਤੇ ਭਾਅ ਤੇ ਬੋਲੀ ਲਾਉਣ ਦਾ ਮਾਮਲਾ ਹਲੇ ਤੱਕ ਥੰਮਣ ਦਾ ਨਾਂ ਨਹੀਂ ਲੈ ਰਿਹਾ। ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵੀ ਇਸ ਦਾ ਵਿਰੋਧ ਕਰ ਚੁੱਕੇ ਨੇ, ਜਿਸ ਤੇ ਐਕਸ਼ਨ ਲੈਂਦਿਆਂ ਡੀਸੀ ਨੇ ਇਹਨਾਂ ਸਾਈਟਾਂ ਦੀ ਬੋਲੀ ਤੇ ਰੋਕ ਲਗਾ ਦਿੱਤੀ ਸੀ। ਪਰ ਇਸ ਦੇ ਬਾਵਜੂਦ ਹੁਣ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਦਾਅਵੇ ਕੀਤੇ ਗਏ ਨੇ ਕਿ ਹੁਣ ਲੁਧਿਆਣਾ ਦੇ ਡੀਸੀ ਨੂੰ ਵੀ ਹਟਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਕਿਉਂਕਿ ਉਹ ਮੰਤਰੀਆਂ ਅਤੇ ਵਿਧਾਇਕਾਂ ਦੇ ਕਹਿਣ ਮੁਤਾਬਿਕ ਨਹੀਂ ਚੱਲ ਰਿਹਾ। ਆਮ ਆਦਮੀ ਪਾਰਟੀ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਉਹ ਚੋਣ ਕਮਿਸ਼ਨ ਨੂੰ ਕਰਨ ਜਾ ਰਹੇ ਨੇ। ਧੰਨਵਾਦ ਕਰਦੇ ਹਾਂ ਜੋ ਤੁਸੀਂ ਇੱਕ ਬੜੇ ਹੀ ਸ਼ਾਰਟ ਨੋਟਿਸ ਤੇ ਸੱਦਾ ਲਾਏ ਤੇ ਇੱਥੇ ਪਹੁੰਚੇ ਹੋ। ਜੋ ਅੱਜ ਦੀ ਪ੍ਰੈਸ ਕਾਨਫਰੰਸ ਆ ਇਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਮੇਰੇ ਨਾਲ ਪੰਜਾਬ ਦੇ ਸਪੋਕਸਪਰਸਨ ਹਵਾਬ ਸਿੰਘ ਗਰੇਵਾਲ ਜੀ ਉਹ ਨਾਲ ਬੈਠੇ ਨੇ, ਨਾਲ ਜ਼ਿਲ੍ਹੇ ਦੇ ਸਾਡੇ ਸੈਕਟਰੀ ਸਾਹਿਬ ਸ਼ਰਨਪਾਲ ਮੱਕੜ ਜੀ, ਮੇਰੇ ਖੱਬੇ ਪਾਸੇ ਗੁਰਜੀਤ ਸਿੰਘ ਗਿੱਲ ਜੀ ਸਾਡੇ ਕਿਸਾਨ ਵਿੰਗ ਦੇ ਜੁਆਇੰਟ ਸੈਕਟਰੀ ਨੇ ਸਟੇਟ ਦੇ, ਤੇ ਉਹਨਾਂ ਦੇ ਨਾਲ ਹੀ ਡਾਕਟਰ ਦੀਪਕ ਬਾਂਸਲ ਜੀ ਜੋ ਲੁਧਿਆਣਾ ਸ਼ਹਿਰੀ ਦੇ ਮੀਤ ਪ੍ਰਧਾਨ ਨੇ। ਸੋ ਜੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਉਹ ਬਹੁਤ ਹੀ ਇੰਪੋਰਟੈਂਟ ਆ, ਬਹੁਤ ਹੀ ਜ਼ਰੂਰੀ ਆ। ਜੋ ਅਸੀਂ ਅੱਜ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਉਹਦੇ ਵਿੱਚ ਇਹ ਕਲੀਅਰ ਆ ਕਿ ਜਿਹੜੀ ਚੰਨੀ ਸਰਕਾਰ ਅੱਜ ਵਾਅਦੇ ਕਰ ਰਹੀ ਆ ਜਾਂ ਪ੍ਰੈਸ ਕਾਨਫਰੰਸਾਂ ਕਰ ਰਹੀ ਆ ਜਾਂ ਕਹਿ ਰਹੀ ਆ ਵੀ ਅਸੀਂ ਇਮਾਨਦਾਰ ਹਾਂ, ਜਿਹੜੀ ਕਾਂਗਰਸ ਸਰਕਾਰ ਕਹਿ ਰਹੀ ਆ ਕਿ ਅਸੀਂ ਇਮਾਨਦਾਰ ਹਾਂ, ਉਹ ਅੱਜ ਜਿਹੜੀ ਸਰਕਾਰ ਆ ਬੁਰੀ ਤਰ੍ਹਾਂ ਅੱਜ ਫੇਲ ਹੋਊਗੀ ਇਸ ਮੁੱਦੇ ਤੇ। ਕਿਉਂਕਿ ਜੋ ਲੁਧਿਆਣੇ ਦੇ ਵਿੱਚ ਜੋ ਕਰਪਸ਼ਨ ਹੋ ਰਹੀ ਆ, ਜੋ ਲੁਧਿਆਣੇ ਦੇ ਵਿੱਚ ਐਮਐਲਏ ਸਾਹਿਬਾਨ ਜੋ ਇੱਥੇ ਦੇ ਮੰਤਰੀ ਨੇ ਉਹ ਕਰਪਸ਼ਨ ਕਰ ਰਹੇ ਨੇ ਤੇ ਸਰਕਾਰੀ ਅਫਸਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਤੇ ਉਹਨਾਂ ਦੇ ਤਬਾਦਲੇ ਤੱਕ ਕਰਵਾਏ ਜਾ ਰਹੇ ਆ। ਕਿਉਂਕਿ ਪਿਛਲੇ ਦਿਨੀ ਸਾਡੇ ਲੁਧਿਆਣੇ ਦੇ ਡੀਸੀ ਸਾਹਿਬ ਵਰਿੰਦਰ ਕੁਮਾਰ ਜੀ ਉਹਨਾਂ ਨੇ 3-4 ਜਗ੍ਹਾ ਤੇ ਇਹੋ ਜਿਹੀਆਂ ਜੋ ਇੰਪਰੂਵਮੈਂਟ ਟਰਸਟ ਦੀਆਂ ਪ੍ਰੋਪਰਟੀਜ਼ ਨੇ ਉਹਨਾਂ ਦੇ ਜਿਹੜੇ ਰੇਟ ਨੇ ਉਹ ਘੱਟ ਕਰਕੇ ਰੱਖਣ ਤੇ ਉਹਨਾਂ ਨੇ ਮਨਾ ਕੀਤਾ, ਜੋ ਮੰਤਰੀ ਸਾਹਿਬਾਨ ਨੂੰ ਐਮਐਲਏ ਸਾਹਿਬਾਨ ਨੂੰ ਕਾਂਗਰਸ ਦੇ ਨੂੰ। ਤੇ ਅੱਜ ਜੋ ਸਾਨੂੰ ਪਤਾ ਲੱਗਿਆ ਇੱਕ ਨਿਊਜ਼ਪੇਪਰ ਦੇ ਖਬਰ ਤੋਂ ਸਾਨੂੰ ਹਵਾਲਾ ਮਿਲਿਆ ਕਿ ਉਹਨਾਂ ਦੀ ਜਿਹੜੀ ਆ ਉਹਨਾਂ ਦਾ ਤਬਾਦਲਾ ਕੀਤਾ ਜਾ ਰਿਹਾ, ਕਿਉਂਕਿ ਉਹ ਮੰਤਰੀ ਸਾਹਿਬ ਦੇ ਕਹਿਣ ਤੇ ਜਿਹੜੇ ਆ ਉਹ ਸਾਈਨ ਨਹੀਂ ਕਰ ਰਹੇ। ਮੰਤਰੀ ਸਾਹਿਬ ਨੂੰ ਜੋ ਪ੍ਰਾਪਰਟੀਆਂ ਚਾਹੀਦੀਆਂ ਨੇ ਸਸਤੇ ਭਾਅ ਦੇ ਵਿੱਚ ਸਰਕਾਰੀ ਪ੍ਰਾਪਰਟੀਆਂ ਉਹਨਾਂ ਦੇ ਵਿੱਚ ਉਹ ਜਿਹੜੀ ਆ ਉਹਨਾਂ ਦੇ ਨਾਲ ਭਾਗੀਦਾਰ ਨਹੀਂ ਬਣ ਰਹੇ। ਸੋ ਇਹਨਾਂ ਦਾ ਤਬਾਦਲਾ ਕਰਕੇ ਜੋ ਇੱਥੇ ਲੁਧਿਆਣੇ ਦੇ ਡੀਸੀ ਨੇ ਨਵੇਂ ਉਹ ਇੱਕ ਪੀਪੀਐਸ ਪ੍ਰਮੋਟੀ ਜਿਹੜੇ ਨੇ ਉਹਨਾਂ ਨੂੰ ਡੀਸੀ ਲਾਇਆ ਜਾ ਰਿਹਾ, ਜੋ ਅੱਜ ਤੱਕ ਪੂਰੇ ਹਿਸਟਰੀ ਦੇ ਵਿੱਚ ਲੁਧਿਆਣੇ ਦੀ ਵਿੱਚ ਅੱਜ ਤੱਕ ਕਦੇ ਵੀ ਕੋਈ ਪ੍ਰਮੋਟੀ ਜਿਹੜਾ ਲੁਧਿਆਣੇ ਦਾ ਉਹ ਡੀਸੀ ਨਹੀਂ ਬਣਿਆ। ਉਹ ਅੱਜ ਹੁਣ ਅਸੀਂ ਜੋ ਇਸ ਮੁੱਦੇ ਤੇ ਡਿਟੇਲ ਦੇ ਵਿੱਚ ਜਾਣਕਾਰੀ ਮੇਰੇ ਨਾਲ ਬੈਠੇ ਨੇ ਹਵਾਬ ਸਿੰਘ ਗਰੇਵਾਲ ਜੀ ਸਪੋਕਸਪਰਸਨ ਪੰਜਾਬ ਨੇ, ਉਹ ਹੁਣ ਇਸ ਮੁੱਦੇ ਤੇ ਡਿਟੇਲ ਦੇ ਵਿੱਚ ਜਾਣਕਾਰੀ ਉਹ ਦੇਣਗੇ। ਲਓ ਜੀ, ਮੰਤਰੀ ਜੀ ਵੇਚਣਾ ਚਾਹੁੰਦੇ ਸੀ, ਤੁਸੀਂ ਸਾਰੇ ਵਾਕਫ ਹੋ। ਇੱਕ ਤਾਂ ਜਿਹੜੀ ਉਹ ਮਾਲ ਟਾਊਨ ਐਕਸਟੈਂਸ਼ਨ ਦੇ ਨਾਲ 250-300 ਕਰੋੜ ਦੀ ਜ਼ਮੀਨ ਸੀ ਜਿਹਦੀ 92 ਕਰੋੜ ਮੁਲਾਂਕਣ ਕਰ ਰਹੇ ਸੀ, ਉਹ 'ਤੇ ਡੀਸੀ ਸਾਹਿਬ ਨੇ ਸਟੈਂਡ ਲਿਆ ਤੇ ਕਿਹਾ ਕਿ ਅਸੀਂ ਨਹੀਂ ਵੇਚਣ ਦੇ ਸਕਦੇ। ਦੂਜਾ ਜਿਹੜੀ ਇੰਪਰੂਵਮੈਂਟ ਟਰਸਟ ਦੀ ਬਿਲਡਿੰਗ ਆ ਕਾਲਜ ਰੋਡ ਤੇ, ਉਹਦੇ ਤੇ ਡੀਸੀ ਸਾਹਿਬ ਨੇ ਸਟੈਂਡ ਲਿਆ, ਉਹਦੇ ਤੇ 60,000 ਰੁਪਏ ਗਜ ਦਾ ਰੇਟ ਪੈ ਰਿਹਾ ਸੀ। ਉੱਥੇ ਆਪਾਂ ਸਾਰੇ ਜਾਣਦੇ ਹਾਂ ਕੀ ਰੇਟ ਆ, 1.5-2 ਲੱਖ ਰੁਪਏ ਗਜ ਤੋਂ ਥੱਲੇ ਉੱਥੇ ਰੇਟ ਹੈ ਨਹੀਂ। ਡੀਸੀ ਸਾਹਿਬ ਨੇ ਉਹ ਇਤਰਾਜ਼ ਲਿਆ, ਉਹਨਾਂ ਤੇ ਇੰਨਾ ਜ਼ਿਆਦਾ ਦਬਾਅ ਬਣਾਇਆ ਗਿਆ ਡੀਸੀ ਸਾਹਿਬ ਤੇ ਕਿ ਉਹਨਾਂ ਨੂੰ ਇੱਥੋਂ ਹੀ ਹੁਣ ਸ਼ੰਟ ਆਊਟ ਕਰਨ ਦੀ ਤਿਆਰੀ ਕਰ ਰਹੇ ਨੇ। ਐਂਡ ਇਹ ਸਿਰਫ ਅਖਬਾਰ ਦੀ ਰਿਪੋਰਟ ਨਹੀਂ, ਸਾਨੂੰ ਰਿਲਾਇਬਲ ਸੋਰਸਿਸ ਤੋਂ ਪਤਾ ਹੈ ਤੇ ਪੰਜਾਬ ਸਰਕਾਰ ਇਸ ਗੱਲ ਦਾ ਖੰਡਨ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਭੇਜ ਦਿੱਤਾ। ਭੇਜਣ ਤੋਂ ਬਾਅਦ ਹੁਣ ਉਹਨਾਂ ਦੀ ਥਾਂ ਤੇ ਲਿਆ ਕਿਹਨੂੰ ਜਾ ਰਿਹਾ ਤੁਸੀਂ ਇਹ ਦੇਖੋ। ਸਿੱਧੂ ਸਾਹਿਬ ਕਹਿੰਦੇ ਸੀ 75-25 ਕੈਪਾਦਲਾਂ ਦੀ ਚੱਲ ਰਹੀ ਹੈ। ਡਾਕਟਰ ਅਮਰਪਾਲ ਸਿੰਘ ਜਿਹੜੇ ਐਸਟੀਸੀ ਨੇ ਪੰਜਾਬ ਦੇ, ਉਹਨਾਂ ਨੂੰ ਇੱਥੇ ਲਿਆਇਆ ਜਾ ਰਿਹਾ। ਉਹਨਾਂ ਦੀ ਖਾਸੀਅਤ ਕੀ ਹੈ ਕਿ ਉਹ ਪ੍ਰਮੋਟ ਹੋਏ ਨੇ, ਕਦੋਂ ਪ੍ਰਮੋਟ ਹੋਏ ਨੇ? ਜਦੋਂ 2017 ਵਿੱਚ ਆਇਰਨ ਓਰ ਸਕੈਮ ਹੋਇਆ ਸੀ, ਉਹਦੇ 'ਚ ਉਹਨਾਂ ਦੇ ਸੀਨੀਅਰ ਤੇ ਜੂਨੀਅਰ ਦੋਵਾਂ ਨੂੰ ਸਜ਼ਾ ਮਿਲੀ ਸੀ, ਪਰ ਬਾਦਲ ਸਾਹਿਬ ਨੇ ਉਹਨਾਂ ਦੀ ਫਾਈਲ ਤੇ ਹਲਕੀ ਜਿਹੀ ਵਾਰਨਿੰਗ ਕਰਕੇ ਉਹਨਾਂ ਨੂੰ ਬਖਸ਼ਤਾ ਸੀ। ਉਹਦੇ ਕਰਕੇ ਉਹ ਆਈਏਐਸ ਪ੍ਰਮੋਟ ਹੋਏ ਤੇ ਓਬਵੀਅਸਲੀ ਉਹ ਬਾਦਲ ਸਾਹਿਬ ਦੇ ਬਹੁਤ ਆਸਾਨਮੰਦ ਨੇ, ਬਾਦਲ ਸਾਹਿਬ ਦੇ ਬਹੁਤ ਕਰੀਬੀ ਮੰਨੇ ਜਾਂਦੇ ਨੇ। ਤੇ ਅੱਜ ਮਿਲੀ ਭੁਗਤ ਇਸ ਤਰ੍ਹਾਂ ਕਿ ਉੱਚੇ ਲੈਵਲ ਤੇ ਤਾਂ ਸਿੱਧੂ ਸਾਹਿਬ ਕਹਿੰਦੇ ਨੇ ਕਿ ਤੁਸੀਂ ਕੈਪਟਨ ਦੀ ਚੱਲ ਰਹੀ ਸੀ, ਲੋਅਰ ਲੈਵਲ ਤੇ ਦੇਖੋ ਅਕਾਲੀਆਂ ਦੇ ਬੰਦੇ ਉਸੇ ਤਰੀਕੇ ਨਾਲ ਲੱਗ ਰਹੇ ਨੇ। ਤੇ ਸਾਨੂੰ ਸ਼ੰਕਾ ਕੀ ਹੈ? ਸਾਨੂੰ ਸ਼ੰਕਾ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦੀ ਮਿਲੀ ਭੁਗਤ ਨਾਲ ਇਹ ਜਿਹੜੇ ਅਫਸਰ ਇੱਥੇ ਲਾਏ ਜਾ ਰਹੇ ਨੇ ਉਹਨਾਂ ਅਫਸਰਾਂ ਨਾਲ ਇਹ ਇਲੈਕਸ਼ਨ ਵਿੱਚ ਧਾਂਦਲੀ ਕਰਨਗੇ। ਆਲਰੇਡੀ ਸ਼੍ਰੀ ਨਰੇਸ਼ ਗੁਜਰਾਲ ਜੀ ਜਿਹੜੇ ਬਾਦਲ ਸਾਹਿਬ ਤੋਂ ਬਾਅਦ ਸ਼ਾਇਦ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਨੇ, ਔਨ ਰਿਕਾਰਡ ਕਹਿ ਚੁੱਕੇ ਨੇ ਕਿ ਪਿਛਲੀਆਂ ਇਲੈਕਸ਼ਨਾਂ 'ਚ ਅਸੀਂ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਅਸੀਂ ਆਪਣੇ ਕੈਡਰ ਨੂੰ ਕਿਹਾ ਕਿ ਅਕਾਲੀ ਦਲ ਦੀ ਵੋਟ ਕਾਂਗਰਸ ਨੂੰ ਭੁਗਤਾ ਦਿਓ, ਇਹ ਨਾ ਆ ਜਾਣ ਕਿਤੇ। ਸੋ ਹੁਣ ਇਹ ਨਾ ਸਿਰਫ ਉਹ ਵੋਟ ਦੇ ਤੌਰ ਤੇ ਬਟ ਐਕਚੁਅਲੀ ਆਪਸ 'ਚ ਧਾਂਦਲੀ ਕਰਕੇ ਇਹ ਲੋਕ ਆਹ ਕਰ ਰਹੇ ਨੇ। ਇਦੋਂ ਇਲਾਵਾ ਇੱਕ ਛੋਟੀ ਜਿਹੀ ਗੱਲ ਹੋਰ ਦੱਸਾਂ, ਅੱਜ ਤੋਂ 3-4 ਮਹੀਨੇ ਪਹਿਲਾਂ ਗਿੱਲ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਕੁਲਦੀਪ ਸਿੰਘ ਵੈਦ ਦੇ ਕਿਸੇ ਕੰਮ ਦੇ ਖਿਲਾਫ ਡੀਸੀ ਸਾਹਿਬ ਨੇ ਇੱਕ ਇਨਕੁਆਇਰੀ ਮੰਗ ਕੀਤੀ ਸੀ।
ਉਹ ਇਨਕੁਆਇਰੀ ਦਾ ਵੀ ਸਿਲਾ ਹੈ ਕਿ ਉਹਨਾਂ ਨੂੰ ਇੱਥੋਂ ਕੱਢਿਆ ਜਾ ਰਿਹਾ ਹੈ। ਉਹ ਇਨਕੁਆਇਰੀ ਵੀ ਕਿਸੇ ਧਾਂਦਲੀ ਦੇ ਮਤਲਬ ਸੀਗੀ, ਉਹਦਾ ਸਿਲਾ ਕਿ ਇਹਨਾਂ ਨੂੰ ਕੱਢਿਆ ਜਾ ਰਿਹਾ ਹੈ। ਹੁਣ ਰਹੀ ਗੱਲ, ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮੰਗ ਕਰਦੇ ਹਾਂ, ਅਸੀਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਇਲੈਕਸ਼ਨ ਦਾ ਸਾਲ ਹੈ, ਲੁਧਿਆਣੇ 'ਚ ਇੱਕ ਇਮਾਨਦਾਰ ਅਫਸਰ ਲੱਗਿਆ ਹੋਇਆ। ਇਹ ਜਿਹੜੇ ਐਸਟੀਸੀ ਸਾਹਿਬ ਨੇ ਡਾਕਟਰ ਅਮਰਪਾਲ ਜੀ, ਇਹਨਾਂ ਦੇ ਖਿਲਾਫ ਪਿਛਲੇ 3 ਕੁ ਮਹੀਨੇ ਪਹਿਲਾਂ 4 ਕੇ 5 ਆਰਟੀਏਜ਼ ਨੇ ਜਿਹੜੇ ਕਿ ਇਹਨਾਂ ਦੇ ਅੰਡਰ ਕੰਮ ਕਰਦੇ ਆ, ਉਹਨਾਂ ਨੇ ਬੜੇ ਗੰਭੀਰ ਆਰੋਪ ਲਾਏ ਸੀਗੇ। ਤੇ ਰਾਜਾ ਵੜਿੰਗ ਜੀ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ, ਕਹਿੰਦੇ ਨੇ ਕਿ ਮੈਂ ਇਮਾਨਦਾਰੀ ਨਾਲ ਕੰਮ ਕਰ ਰਿਹਾ। ਜਦੋਂ ਤੁਸੀਂ ਐਸਟੀਸੀ ਇਹੋ ਜਿਹਾ ਲਾਇਆ ਹੋਇਆ ਤਾਂ ਸਭ ਨੂੰ ਪਤਾ ਲੱਗਦਾ ਕਿੰਨੀ ਇਮਾਨਦਾਰੀ ਹੋ ਰਹੀ ਹੈ। ਸੋ ਅਸੀਂ ਨਾ ਸਿਰਫ ਇਹਦੀ ਮੁਖਾਲਫਤ ਕਰਦੇ ਹਾਂ, ਅਸੀਂ ਇਹ ਵੀ ਕਹਿੰਦੇ ਹਾਂ ਕਿ ਅਸੀਂ ਨਾ ਇਹ ਬਦਲੀ, ਅਸੀਂ ਇਹਦੇ ਖਿਲਾਫ ਹਾਂ। ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖਾਂਗੇ ਵੀ, ਤੇ ਅਸੀਂ ਇੱਕ ਦਾਗੀ ਅਫਸਰ ਨੂੰ ਇਲੈਕਸ਼ਨ ਦੀ ਇੰਨੇ ਨੇੜੇ ਲੁਧਿਆਣੇ ਵਿੱਚ ਡੀਸੀ ਲੱਗਣ ਨਹੀਂ ਦੇਵਾਂਗੇ। ਇਹ ਆਮ ਆਦਮੀ ਪਾਰਟੀ ਦਾ ਸੰਕਲਪ ਹੈ ਤੇ ਇਹਦਾ ਜਵਾਬ ਜੇ ਇਹਨਾਂ ਕੋਲ ਹੈਗਾ ਤਾਂ ਦੇ ਦੇਣ ਕਿ ਕੀ ਡੀਸੀ ਸਾਹਿਬ ਨੇ ਜ਼ਮੀਨਾਂ ਵੇਚਣ ਤੋਂ ਰੋਕੀਆਂ, ਕੀ ਡੀਸੀ ਸਾਹਿਬ ਨੇ ਇਨਕੁਆਇਰੀ ਮਾਰਕ ਕੀਤੀ, ਤੇ ਜੇ ਕੀਤੀ ਤਾਂ ਇਸ ਇਮਾਨਦਾਰ ਬੰਦੇ ਨੂੰ ਕੀ ਇਸ ਗੱਲ ਦੀ ਸਜ਼ਾ ਮਿਲ ਰਹੀ ਹੈ। ਸੋ ਅਸੀਂ ਨਾ ਸਿਰਫ ਆਹ ਕਰ ਰਹੇ ਹਾਂ, ਅਸੀਂ ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਕੋ ਵੀ ਜਾਵਾਂਗੇ ਇਹ ਬੇਨਤੀ ਕਰਨ ਲਈ ਕਿ ਇੱਕ ਦਾਗੀ ਅਫਸਰ ਨੂੰ ਇੱਥੇ ਨਾ ਲਾਇਆ ਜਾਵੇ ਤੇ ਇੱਕ ਇਮਾਨਦਾਰ ਅਫਸਰ ਜਿਹੜਾ ਆਪਣੀ ਡਿਊਟੀ ਕਰ ਰਿਹਾ, ਜਿਹੜਾ ਨਿਸ਼ਪਕਸ਼ ਤੌਰ ਤੇ ਚੁਣਾਵ ਕਰਾ ਸਕਦਾ, ਉਹਨੂੰ ਲੁਧਿਆਣੇ ਵਿੱਚ ਰੱਖੇ। ਤੁਹਾਡੇ ਕਹਿਣ ਹੋਵੇ ਓਵਰਆਲ ਕਿ ਜਿਹੜੇ ਬਰਿੰਦਰ ਸਿੰਘ ਹੈਗੇ, ਬਿੰਦਰ ਸ਼ਰਮਾ ਜੀ, ਬਰਿੰਦਰ ਸ਼ਰਮਾ ਜੀ, ਉਹਨਾਂ ਦੀ ਜਿਹੜੀ ਬਦਲੀ ਹੈਗੀ ਹੈ ਉਹ ਕਿਤੇ ਨਾ ਕਿਤੇ ਪੋਲੀਟੀਕਲ ਦਬਾਅ ਦੇ ਕਿਤੇ ਨਾ ਕਿਤੇ ਨਹੀਂ ਜੀ, ਬਿਲਕੁਲ 100% ਪੋਲੀਟੀਕਲ ਦਬਾਅ ਨਹੀਂ। 100% ਉਹਨਾਂ ਨੇ ਜਿਹੜੀਆਂ ਬੇਈਮਾਨੀਆਂ ਰੋਕੀਆਂ ਨੇ, ਜਿਹੜੀਆਂ ਚੋਰੀ ਲੁਧਿਆਣੇ ਸ਼ਹਿਰ ਨਾਲ ਹੁੰਦੀ ਰੋਕੀ ਹੈ, ਉਹਦੇ ਕੀ ਹਾਲ ਹੈ ਬਾਬੀ ਜੀ, ਜਿਹੜੀ ਆ ਚੋਰੀ ਹੁੰਦੀ ਰੋਕੀ ਹੈ, ਉਸ ਚੋਰੀ ਨੂੰ ਰੋਕਣ ਦੀ ਸਜ਼ਾ ਉਹਨਾਂ ਨੂੰ ਇਹ ਮਿਲ ਰਹੀ ਹੈ ਕਿ ਉਹਨਾਂ ਨੂੰ ਇੱਥੋਂ ਕੱਢਿਆ ਜਾ ਰਿਹਾ ਐਂਡ ਇਲੈਕਸ਼ਨ ਕਮਿਸ਼ਨ ਨੂੰ ਲਿਖ ਚੁੱਕੇ। ਅਗਰ ਅਗਲਾ ਤੁਹਾਡਾ ਕਦਮ ਜਿਹੜਾ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਦੇ ਰਹੇ ਹੋ, ਇਸ ਤੋਂ ਇਲਾਵਾ ਤੁਸੀਂ ਉਹਨਾਂ ਦੇ ਫੇਵਰ 'ਚ ਕੋਈ ਪ੍ਰੋਟੈਸਟ ਵੀ ਕਰੋਗੇ ਜਾਂ ਕੁਝ? ਸਰ, ਅਸੀਂ ਬੇਈਮਾਨ ਅਫਸਰ ਨੂੰ ਨਹੀਂ ਲੱਗਣ ਦੇਵਾਂਗੇ। ਬਾਕੀ ਤੁਹਾਨੂੰ ਅਮਨ ਜੀ ਦੱਸਦੇ, ਅਸੀਂ ਇਲੈਕਸ਼ਨ ਕਮਿਸ਼ਨ ਕੋਲ ਜਾਵਾਂਗੇ। ਜੇ ਕੋਈ ਹੋਰ ਵੀ ਚੀਜ਼ ਹੁੰਦੀ ਹੈ ਸਾਡੇ ਤੋਂ, ਜੋ ਵੀ ਕਦਮ ਚੱਕਣੇ ਪੈਣਗੇ ਅਸੀਂ ਚੱਕਾਂਗੇ। ਜੇ ਉਹਨਾਂ ਨੇ ਕਿਹਾ ਪ੍ਰੋਟੋਕਾਲ ਆ ਜਾਂ ਵੀ ਇਦਾਂ ਚੇਂਜ, ਕਿਉਂਕਿ ਇਲੈਕਸ਼ਨ ਦੇ ਆਸ-ਪਾਸ ਬੰਦਾ ਬਦਲੀਆਂ ਹੋਣੀਆਂ ਪ੍ਰੋਟੋਕਾਲ ਵੀ ਆਉਂਦੀਆਂ ਤੇ ਜੇ ਬੇਈਮਾਨ ਬੰਦਾ ਇੱਥੇ ਆ ਕੇ ਡੀਸੀ ਲੱਗ ਜਾਂਦਾ ਤਾਂ ਜਿਹੜੀਆਂ 3-4 ਪ੍ਰਾਪਰਟੀਆਂ ਇੰਪਰੂਵਮੈਂਟ ਟਰਸਟ ਦੀਆਂ ਡੀਸੀ ਸਾਹਿਬ ਨੇ ਰੋਕੀਆਂ ਨੇ ਹੁਣ ਤੱਕ, ਜਿਹੜੀਆਂ ਸੇਲ ਨਹੀਂ ਹੋਣ ਦਿੱਤੀਆਂ ਸਸਤੇ ਰੇਟਾਂ 'ਤੇ, ਤਾਂ ਉਹ ਹੋਣਗੀਆਂ। ਇਹਦੇ ਵਿੱਚ ਜਿਹੜਾ ਆਮ ਜਨਤਾ ਦਾ ਸਭ ਤੋਂ ਵੱਡਾ ਨੁਕਸਾਨ ਹੋਊਗਾ। ਇੱਕ ਮੰਤਰੀ ਆ ਜਾਂ ਇੱਕ ਐਮਐਲਏ ਆ, ਉਹ ਆਮ ਜਨਤਾ ਨੂੰ ਲੁੱਟ ਕੇ ਖਾ ਰਿਹਾ, ਉਹ ਸਰਕਾਰੀ ਪ੍ਰਾਪਰਟੀਆਂ 'ਤੇ ਕਬਜ਼ੇ ਕਰ ਰਹੇ ਆ। ਅਸੀਂ ਉਹ ਸਰਕਾਰੀ ਪ੍ਰਾਪਰਟੀਆਂ 'ਤੇ ਕਬਜ਼ੇ ਜਿਹੜੇ ਰੋਕਣ ਲਈ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ। ਤੇ ਜੇ ਉਹ ਕਹਿੰਦੇ ਆ ਪ੍ਰੋਟੋਕਾਲ ਕੀ ਚੱਕਿਆ ਜਾਊਗਾ, ਰੋਕਣ ਨੂੰ ਤੁਸੀਂ ਕਦਮ ਕੀ ਚੱਕੋਗੇ ਦੱਸੋ? ਅਸੀਂ ਇਲੈਕਸ਼ਨ ਕਮਿਸ਼ਨ ਕੋਲ ਚੱਲੇ ਆ ਜੀ ਕੱਲ। ਤੁਸੀਂ ਆਰੋਪ ਲਗਾ ਰਹੇ ਹੋ ਕਿ ਆਪਣੇ ਨਿੱਜੀ ਫਾਇਦੇ ਵਾਸਤੇ ਇਹ ਬਦਲੀ ਕਰਾਈ ਜਾ ਰਹੀ ਹੈ। ਬਿਲਕੁਲ ਹਾਂਜੀ, ਬਿਲਕੁਲ ਇਹ ਨਿੱਜੀ ਫਾਇਦੇ ਵਾਸਤੇ ਕਰਵਾਈ ਜਾ ਰਹੀ ਹੈ। ਸ਼ਰੇਆਮ ਕਰਾਈ ਕਿਉਂਕਿ ਜਿਹੜੀਆਂ ਫਾਈਲਾਂ ਤੇ ਸਾਈਨ ਨੇ ਡੀਸੀ ਸਾਹਿਬ ਨਹੀਂ ਕਰ ਰਹੇ, ਉੱਥੇ ਆਪਦਾ ਬੰਦਾ ਲਗਵਾ ਕੇ ਉਹ ਤੋਂ ਸਾਈਨ ਕਰਵਾਏ ਜਾਣਗੇ। ਜਿਹੜੀਆਂ ਇੰਪਰੂਵਮੈਂਟ ਟਰਸਟ ਦੀਆਂ ਪ੍ਰਾਪਰਟੀਆਂ ਨੇ, ਉਹ ਸਸਤੇ ਭਾਅ ਤੇ ਆਪਦੇ ਬੰਦਿਆਂ ਨੂੰ ਖਰੀਦ ਕੇ ਦਿੱਤੀਆਂ ਜਾਣਗੀਆਂ, ਜੋ ਇਨਡਾਇਰੈਕਟਲੀ ਇਹਨਾਂ ਦੀਆਂ ਹੀ ਹੋਣਗੀਆਂ। ਤੇ ਮੁੱਖ ਮੰਤਰੀ ਚੰਨੀ ਸਾਹਿਬ ਦਾ ਕਹਿ ਰਹੇ ਨੇ ਕਿ ਮੈਂ ਭ੍ਰਿਸ਼ਟਾਚਾਰ ਖਤਮ ਕਰ ਰਿਹਾ। ਤੁਹਾਡੇ ਮੂਹਰੇ ਹੀ ਆ। ਇਹ ਜਿਹੜੇ ਸਿਰਫ ਇੱਕ ਇਕੱਲੀ ਰੇਲ ਦਾ ਡੱਬਾ ਬਦਲਣ ਨਾਲ ਜਿਹੜੀ ਉਹ ਰੇਲ ਏਸੀ ਕਲਾਸ ਨਹੀਂ ਬਣ ਜਾਂਦੀ। ਇਕੱਲੇ ਮੁੱਖ ਮੰਤਰੀ ਬਦਲੇ ਨੇ, ਮੰਤਰੀ ਨੇ ਜਿਹੜੇ ਐਮਐਲਏ ਸਾਹਿਬਾਨ ਨੇ ਉਹ ਸਾਰੇ ਪਹਿਲਾਂ ਵਾਲੇ ਹੀ ਨੇ, ਤਾਂ ਭ੍ਰਿਸ਼ਟਾਚਾਰ ਕਿੱਥੋਂ ਖਤਮ ਹੋ ਗਿਆ? ਸਿਰਫ ਇਹ ਆਮ ਆਦਮੀ ਬਣਨਾ ਚਾਹੁੰਦੇ ਨੇ। ਕੇਜਰੀਵਾਲ ਵਾਂਗ ਕਹਿੰਦੇ ਨੇ ਅਸੀਂ ਇਹ ਕਰ ਦਾਂਗੇ ਜਾਂ ਉਹ ਕਰ ਦਾਂਗੇ, ਪਰ ਕੇਜਰੀਵਾਲ ਵਰਗਾ ਕਹਿਣਾ ਸੌਖਾ ਆਮ ਆਦਮੀ, ਪਰ ਬਣਨਾ ਬਹੁਤ ਔਖਾ। ਪਰ ਤੁਹਾਡੀ ਆਪਣੀ ਪਾਰਟੀ ਦੇ ਜਿਹੜੇ ਲੀਡਰਸ਼ਿਪ ਹੈਗੀ ਉਹ ਕਿਉਂ ਤੁਹਾਨੂੰ ਛੱਡ ਕੇ ਜਾ ਰਹੀ ਹੈ? ਕਿਹੜੀ ਲੀਡਰਸ਼ਿਪ ਸਰ ਜਾ ਰਹੀ ਸਾਨੂੰ ਛੱਡ ਕੇ? ਐਮਐਲਏ ਸਾਹਿਬਾਨ ਜਿਨ੍ਹਾਂ ਦੀਆਂ ਟਿਕਟਾਂ ਅਸੀਂ ਮਨਾ ਕਰ ਚੁੱਕੇ ਹਾਂ, ਉਹ ਇਲੈਕਸ਼ਨ ਸੀਜ਼ਨ ਹੈ ਸਰ, ਮਨੀ ਪਾਵਰ ਹੈ, ਹਾਰਸ ਟ੍ਰੇਡਿੰਗ ਨਾਮ ਦੀ ਇੱਕ ਚੀਜ਼ ਹੁੰਦੀ ਹੈ। ਜਿਨ੍ਹਾਂ ਨੂੰ ਇਹ ਹੋ ਗਿਆ ਸੀ ਕਿ ਤੁਹਾਡੀਆਂ ਟਿਕਟਾਂ ਰਿਪੀਟ ਨਹੀਂ ਹੋਣੀਆਂ, ਉਹ ਜਾ ਰਹੇ ਨੇ, ਉਹਨਾਂ ਨੂੰ ਜਾਣ 'ਚ ਕੋਈ ਨਹੀਂ ਰੋਕਥਾਮ। ਆਮ ਆਦਮੀ ਪਾਰਟੀ ਸ਼ੁਰੂ ਤੋਂ ਉੱਥੇ ਹੀ ਖੜੀ ਹੈ, ਜਿਹੜੇ ਕੋਰ ਬੰਦੇ ਨੇ ਉੱਥੇ ਹੀ ਖੜੇ ਆ। ਕਈ ਆਏ ਕਈ ਗਏ, ਜਿਹੜੇ ਪਾਰਟੀ ਦੇ ਸਕੇ ਨੇ ਪਾਰਟੀ ਨਾਲ ਰਹਿਣਗੇ। ਆਪਾਂ ਸਾਰੇ ਬਾਰ-ਬਾਰ ਕਹਿੰਦੇ ਕਿ ਅਸੀਂ ਇਲੈਕਸ਼ਨ ਲੜਨ ਨਹੀਂ ਆਏ, ਅਸੀਂ ਨਿਸਵਾਰਥ ਹੋ ਕੇ ਆਏ ਹਾਂ। ਤੇ ਫਿਰ ਜੇ ਟਿਕਟ ਨਹੀਂ ਮਿਲੀ ਤਾਂ ਇੰਨੀ ਮਾੜੀ ਹੋ ਗਈ ਪਾਰਟੀ। ਨਹੀਂ, ਚਾਰ ਐਮਐਲਏ ਬਣਾਉਣ ਜਾਂਦੇ ਨੇ। ਕਿਹੜਾ ਵਲੰਟੀਅਰ ਕਰ ਰਿਹਾ ਸਰ? ਵਿਰੋਧ ਕਰ ਰਹੇ ਹੋ, ਕਹਿੰਦੇ ਕਿਹੜਾ ਵਲੰਟੀਅਰ ਭਾਈ ਸਾਹਿਬ? ਕਿਹੜਾ ਵਲੰਟੀਅਰ ਭਾਈ ਸਾਹਿਬ? ਕੌਣ ਵਲੰਟੀਅਰ ਭਾਈ ਸਾਹਿਬ? ਕੌਣ? ਤੁਹਾਡੇ ਇੱਕ ਬੰਦਾ ਸਪਾਂਸਰ ਕਰਕੇ ਚੰਡੀਗੜ੍ਹ ਤੋਰਿਆ ਗਿਆ। ਇੱਕ ਬੰਦਾ ਤੋਰਿਆ ਗਿਆ, ਉਹ ਸਿੰਗਲ ਬੰਦਾ ਸੀ ਐਂਡ ਉਹ ਸਿੰਗਲ ਬੰਦਾ ਵਾਪਸ ਆ ਗਿਆ। ਹੁਣ ਉਹਨਾਂ ਨੂੰ ਆਪਾਂ 10,000 ਕਹਿ ਦਈਏ, ਮੈਂ ਕੱਲ 100 ਬੰਦਾ ਖੜਾ ਕਰਾਂ, ਜੇ ਤੁਸੀਂ ਪਾਰਟੀ ਦਫ਼ਤਰ 'ਚ ਬੈਠੇ ਹੋ, ਵਲੰਟੀਅਰ ਆਉਣਗੇ, ਉਹਨਾਂ ਨਾਲ ਗੱਲ ਕਰ ਲਿਓ। ਦੂਜੀ ਗੱਲ, ਜੇ ਸਰਕਾਰ ਕਹਿੰਦੀ ਹੈ ਕਿ ਇਹ ਪ੍ਰੋਟੋਕਾਲ ਹੈ, ਤੇ ਪ੍ਰੋਟੋਕਾਲ ਹੈ ਤਾਂ ਜ਼ਰੂਰ ਪ੍ਰੋਟੋਕਾਲ ਨਿਭਾਓ, ਬਟ ਇੱਕ ਦਾਗੀ ਅਫਸਰ ਨੂੰ ਲੁਧਿਆਣੇ ਨਾ ਲਾਓ, ਜਿਹਦਾ ਕਦੇ ਕੋਈ ਡੀਸੀ ਰਹਿਣ ਦਾ ਐਕਸਪੀਰੀਅੰਸ ਹੀ ਨਹੀਂ ਰਿਹਾ ਪੰਜਾਬ 'ਚ ਕਿਤੇ ਵੀ, ਤੇ ਜਿਹੜਾ ਸ਼ਰੇਆਮ ਆਪਣੀ ਜਿਹੜੀ ਆਈਏਐਸ ਹੈ ਉਹਦੇ ਲਈ ਬਾਦਲ ਸਾਹਿਬ ਦੇ ਅਧੀਨ। ਸੋ ਜੇ ਪ੍ਰੋਟੋਕਾਲ ਹੈ ਠੀਕ ਹੈ, ਪਰ ਇਹ ਜ਼ਰੂਰ ਦੱਸ ਦੇਣ ਕਿ ਕੀ ਉਹ ਡੀਸੀ ਸਾਹਿਬ ਨੇ ਜਿਹੜੇ ਅਸੀਂ ਕੰਮ ਕਹੇ ਆ, ਉਹ ਚੀਜ਼ ਇਹਨਾਂ ਦੀਆਂ ਚੋਰੀਆਂ ਰੋਕੀਆਂ ਕਿ ਨਹੀਂ ਰੋਕੀਆਂ। ਆਪਾਂ ਮਤਲਬ ਸਿੱਧਾ ਕਹਿ ਰਹੇ ਵੀ ਫਿਰ ਤੋਂ ਜਿਹੜੀ ਮਿਲੀ ਭੁਗਤ ਹੋਗੀ, ਤੁਸੀਂ ਕੀ ਮਤਲਬ ਸੋਚਦੇ ਹੋ ਵੀ ਫਿਰ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਕੀਤਾ ਸਰ, ਜਾਵੇ? ਮਿਲੀ ਭੁਗਤ ਦੀ ਹੱਦ ਸੁਣ ਲਓ ਤੁਸੀਂ। ਕੈਪਟਨ 45 ਦਿਨ ਏਜੀ ਲੱਗ ਗਿਆ। ਹਾਂਜੀ। ਏਜੀ ਅਕਿਊਜ਼ ਦਾ ਲਾਇਰ ਹੈ, ਠੀਕ ਹੈ ਜੀ।
ਉਹ ਇਹ ਜੀ ਸਾਰੀਆਂ ਫਾਈਲਾਂ ਪੜ੍ਹ ਗਿਆ ਜਿਹੜੀਆਂ ਸਰਕਾਰ ਦੀਆਂ ਫਾਈਲਾਂ ਸੀ। ਹੁਣ ਉਹ ਫੇਰ ਅਕਿਊਜ਼ ਨੂੰ ਰੈਪਰੈਜ਼ੈਂਟ ਕਰਨ ਲੱਗ ਗਿਆ। ਇਸ ਤੋਂ ਬਾਅਦ ਮਿਲੀ ਭੁਗਤ ਕੀ ਹੋ ਸਕਦੀ ਹੈ ਜੀ? ਤੁਸੀਂ ਆਪ ਸੋਚ ਕੇ ਦੇਖੋ, ਇੱਕ ਬੰਦਾ, ਇੱਕ ਵਕੀਲ ਜਿਹੜਾ ਸਭ ਤੋਂ ਵੱਡੇ ਅਕਿਊਜ਼ ਨੇ ਉਹਨਾਂ ਨੂੰ ਬਚਾ ਰਿਹਾ, ਉਹਨੂੰ ਏਜੀ ਲਾ ਦਿੱਤਾ ਜਾਂਦਾ 45 ਦਿਨ ਲਈ। ਉਹ 45 ਦਿਨਾਂ 'ਚ ਸਾਰੀਆਂ ਫਾਈਲਾਂ ਦੇਖ ਲੈਂਦਾ, ਫਿਰ ਉਹਨੂੰ ਹਟਾ ਦਿੱਤਾ ਜਾਂਦਾ। ਹੁਣ ਉਹ ਜਾਊਗਾ ਤੇ ਜਦੋਂ ਅਕਿਊਜ਼ ਦੇ ਵੱਲ ਲਈ ਖੜਾ ਹੋਊਗਾ ਉਹਨੂੰ ਪਤਾ ਨਹੀਂ ਹੋਊਗਾ ਫਾਈਲਾਂ 'ਚ ਕੀ ਹੈ। ਇੱਥੇ ਕਾਮਨ ਸੈਂਸ ਦੀ ਗੱਲ ਆ ਭਾਜੀ, ਮਿਲੀ ਭੁਗਤ ਪੂਰੀ ਹੈ। ਉਹਦਾ ਕੋਰਟ ਨਹੀਂ ਭਾਜੀ ਕੋਈ ਵੀ ਲੈ ਸਕਦਾ ਨਹੀਂ ਲੈ ਸਕਦਾ। ਡਿਫੈਂਸ ਦੇ, ਮੇਰੀ ਗੱਲ ਸੁਣੋ ਜੀ, ਡਿਫੈਂਸ ਦੇ ਆਰਗੂਮੈਂਟਸ ਡਿਫੈਂਸ ਦੇ ਹੁੰਦੇ। ਇਹ ਤੁਸੀਂ ਕੋਰਟਾਂ ਵੀ ਫਾਈਲਾਂ ਮਿਲਦੀਆਂ ਨੇ, ਡਿਫੈਂਸ ਦੀ ਸਟ੍ਰੈਟਜੀ ਨਹੀਂ ਪਤਾ ਲੱਗਦੀ ਹੁੰਦੀ। ਡਿਫੈਂਸ ਦੀ ਸਟ੍ਰੈਟਜੀ ਕੀ ਉਹਨਾਂ ਨੇ ਵਰਤਿਆ ਤਾਂ ਸ਼ਰੇਆਮ ਅੰਦਰ ਬਹਿ ਕੇ ਪਤਾ ਲੱਗਦਾ ਜੀ, ਬਾਹਰੋਂ ਤਾਂ ਪਤਾ ਹੀ ਨਹੀਂ ਲੱਗਦਾ ਇਹ। ਸੋ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਮਿਲੀ ਭੁਗਤ ਉੱਤੇ ਲੈਵਲ ਤੇ ਇੱਕ ਅੱਧੀ ਚੇਂਜ ਕਰ ਲਈ। ਜ਼ਿਲ੍ਹਿਆਂ 'ਚ, ਲੁਧਿਆਣੇ ਵਰਗੇ ਇੰਪੋਰਟੈਂਟ ਸ਼ਹਿਰ 'ਚ ਵੀ ਇਹ ਕੰਮ ਹੋ ਰਿਹਾ, ਅਸੀਂ ਇਹਨੂੰ ਐਕਸੈਪਟ ਨਹੀਂ ਕਰਦੇ। ਕੀਤੀ ਗਈ ਆ ਉਹ ਲੁਧਿਆਣੇ ਦੇ ਅੰਦਰ ਜਿਹੜੀ ਇੰਪਰੂਵਮੈਂਟ ਟਰਸਟ ਦੀ ਜ਼ਮੀਨ ਆ ਪੌਣੇ 4 ਕਿੱਲੇ, ਉਹ ਕੌਡੀਆਂ ਦੇ ਭਾਅ ਜਿਹੜੇ ਮੰਤਰੀ ਨੇ ਲੁਧਿਆਣੇ ਦੇ ਮੰਤਰੀ ਤੇ ਐਮਐਲਏ ਕਾਂਗਰਸੀ ਰਲ ਕੇ ਉਹ ਪੌਣੇ 4 ਕਿੱਲੇ ਜਿਹੜੀ ਪਬਲਿਕ ਦੀ ਪ੍ਰਾਪਰਟੀ ਆ ਉਹ ਖਾਣ ਨੂੰ ਫਿਰਦੇ ਆ, ਹੜੱਪਣ ਨੂੰ ਫਿਰਦੇ ਆ। ਅਸੀਂ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਫੈਸਲਾ ਕੀਤਾ ਕਿ ਲੁਧਿਆਣੇ ਦੇ ਜਿਹੜੇ ਇਮਾਨਦਾਰ ਡੀਸੀ ਨੇ, ਇੰਨੀ ਦੇਰ ਤੋਂ ਲੁਧਿਆਣੇ ਦੀ ਸੇਵਾ ਕਰਦੇ ਆ, ਅੱਜ ਤੱਕ ਉਹਨਾਂ ਦੇ ਉੱਤੇ ਕੋਈ ਦਾਗ ਨਹੀਂਗਾ, ਵਰਿੰਦਰ ਸ਼ਰਮਾ ਜੀ, ਅਸੀਂ ਉਹਨਾਂ ਲਈ ਆਮ ਆਦਮੀ ਪਾਰਟੀ ਚੋਣ ਕਮਿਸ਼ਨ ਕੋਲ ਵੀ ਜਾਵਾਂਗੇ ਔਰ ਸੜਕਾਂ ਤੇ ਵੀ ਉਤਰਾਂਗੇ ਅਗਰ ਸਾਨੂੰ ਉਤਰਨ ਦੀ ਲੋੜ ਪਈ, ਕਿਉਂਕਿ ਇਹਨਾਂ ਨੇ ਸਾਰਾ ਪੌਣੇ 5 ਸਾਲ ਜਿਵੇਂ ਕਾਲੀਆਂ ਨੇ 10 ਸਾਲ ਪੰਜਾਬ ਨੂੰ ਲੁੱਟਿਆ, ਇਹਨਾਂ ਨੇ ਵੀ ਸੇਮ ਉਹੀ ਗੁੜਤੀ ਲੈ ਕੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਪੌਣੇ 5 ਸਾਲ। ਅਸੀਂ ਲੋਕ ਅੱਜ ਪੰਜਾਬ ਦੇ ਜਿਹੜੇ ਲੋਕ ਨੇ ਉਹ ਅੰਦਰੋਂ ਇਹ ਗੱਲ ਦਾ ਸਾਹ ਲੈ ਰਹੇ ਨੇ ਕਿ ਕਦੋਂ ਇਲੈਕਸ਼ਨ ਆਉਣ, ਇਹਨਾਂ ਦੋਨਾਂ ਪਾਰਟੀਆਂ ਨੂੰ ਲੁੱਟਣ ਤੇ ਕੁੱਟਣ ਵਾਲੀਆਂ ਨੂੰ ਘਰ ਬਿਠਾਇਆ ਜਾਵੇ। ਆਮ ਆਦਮੀ ਪਾਰਟੀ ਅੱਜ ਮੀਡੀਆ ਦੇ ਰਾਹੀਂ ਇਹ ਦੱਸਣਾ ਚਾਹੁੰਦੀ ਆ ਕਿ ਕਰਪਸ਼ਨ ਦੇ ਮੁਤਲਕ ਸਾਡੇ ਲੀਡਰ ਅਰਵਿੰਦ ਕੇਜਰੀਵਾਲ ਜੀ, ਦਿੱਲੀ ਦੇ ਮੁੱਖ ਮੰਤਰੀ, ਉਹ ਸ਼ੁਰੂ ਤੋਂ ਇਸ ਚੀਜ਼ ਦੇ ਲਈ ਖਿਲਾਫ ਨੇ ਔਰ ਸਾਨੂੰ ਵੀ ਉਹਨਾਂ ਨੇ ਇਹੀ ਸੰਦੇਸ਼ ਦਿੱਤਾ ਕਿ ਲੁਧਿਆਣਾ ਹੋਵੇ, ਪੂਰੇ ਪੰਜਾਬ ਦੇ ਅੰਦਰ ਜਿੱਥੇ ਕਿਤੇ ਕਰਪਸ਼ਨ ਦੀ ਗੱਲ ਆ ਉੱਥੇ ਡਟ ਕੇ ਇਹਨਾਂ ਦੇ ਨਾਲ ਮੁਕਾਬਲਾ ਕਰੋ। ਔਰ ਅਸੀਂ ਅੱਜ ਮੀਡੀਆ ਦੇ ਰਾਹੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਲੁਧਿਆਣੇ ਦੇ ਅੰਦਰ 1 ਇੰਚ ਵੀ ਜਿਹੜੀ ਜ਼ਮੀਨ ਆ ਉਹ ਕਿਸੇ ਨੂੰ ਖਾਣ ਨਹੀਂ ਦਿੱਤੀ ਜਾਊਗੀ। ਇਹ ਪਬਲਿਕ ਦੀ ਪ੍ਰਾਪਰਟੀ ਆ, ਪਬਲਿਕ ਦੇ ਕੰਮ ਆਊ। ਵਰਿੰਦਰ ਸ਼ਰਮਾ ਦੀ ਬਦਲੀ ਵੀ ਨਹੀਂ ਹੋਣ ਦਿੱਤੀ ਜਾਊਗੀ। ਬਦਲੀ ਅਸੀਂ ਚੋਣ ਕਮਿਸ਼ਨ ਨੂੰ ਕਹਾਂਗੇ ਵੀ ਇੱਕ ਇਮਾਨਦਾਰੀ ਦੀ ਅਗਰ ਸਜ਼ਾ ਜਿਹੜੀ ਆ ਅੱਜ ਇਹ ਦਿੱਤੀ ਜਾ ਰਹੀ ਹੈ, ਕਾਂਗਰਸੀ ਆਪਣੇ ਜ਼ਮੀਨ ਹੜੱਪਣ ਨੂੰ ਫਿਰਦੇ ਆ, ਅਸੀਂ ਚੋਣ ਕਮਿਸ਼ਨ ਨੂੰ ਇਹ ਗੱਲ ਨੂੰ ਬਿਲਕੁਲ ਓਪਨਲੀ ਕਰਕੇ ਆਵਾਂਗੇ ਆਮ ਆਦਮੀ ਪਾਰਟੀ ਦੇ ਜਾ ਕੇ ਲੀਡਰ, ਔਰ ਇਹਨਾਂ ਦੀ ਬਦਲੀ ਨਾ ਕੀਤੀ ਜਾਵੇ ਕਿਸੇ ਵੱਡਾ। ਇੱਕ ਤਾਂ ਹੁਣ ਇਹ 7.5 ਕਿੱਲੇ ਬਿਲਕੁਲ ਡੀਸੀ ਸਾਹਿਬ ਦੇ ਸਾਹਮਣੇ ਜਿਹੜੀ ਜਗ੍ਹਾ ਵਾ ਨਹਿਰ ਮਹਿਕਮੇ ਦੀ, ਉਹ ਵੀ ਹੜੱਪਣ ਨੂੰ ਫਿਰਦੇ ਆ। ਪੌਣੇ 4 ਕਿੱਲੇ ਤੁਹਾਡੀ ਪਹਿਲਾਂ ਨੌਲੇਜ 'ਚ ਆ ਚੁੱਕਿਆ ਲੁਧਿਆਣੇ ਦੀ ਜਾਂਦੇ ਜਾਂਦੇ, ਕਿਉਂਕਿ ਪੌਣੇ 5 ਸਾਲ ਇਹਨਾਂ ਦਾ ਖਜ਼ਾਨਾ ਮੰਤਰੀ ਦਾ ਕਹਿੰਦਾ ਖਜ਼ਾਨਾ ਖਾਲੀ ਆ। ਹੁਣ ਇੰਨਾ ਕਿਵੇਂ ਭਰ ਗਿਆ ਬਿਜਲੀ ਦੇ, ਉਹ ਕਰ ਰਿਹਾ ਸਾਰਾ ਪੰਜਾਬ ਨੂੰ ਲੁੱਟਣ ਦੀ ਸਿਆਸਤ ਆ। ਜਿਵੇਂ ਕਾਲੀਆਂ ਨੇ ਜਾਂਦੀ ਵਾਰ 10 ਸਾਲ ਲੁੱਟਿਆ, ਉੱਦਾਂ ਹੀ ਇਹਨਾਂ ਦੀ ਵੀ ਪਾਲਿਸੀ ਆ ਵੀ ਕਿਸੇ ਤਰੀਕੇ ਗੁੰਮਰਾਹ ਕਰਕੇ ਪੰਜਾਬ ਦੇ ਲੋਕਾਂ ਨੂੰ। ਪਰ ਹੁਣ ਪੰਜਾਬ ਦੇ ਲੋਕ ਬੜੇ ਸੂਝਵਾਨ ਹੋ ਗਏ, ਨੌਜਵਾਨ ਪੀੜ੍ਹੀ ਜਿਹੜੀ ਆ ਉਹ ਸਮਝ ਚੁੱਕੀ ਹੈ ਇਹਨਾਂ ਦੋਨਾਂ ਪਾਰਟੀਆਂ ਦੀ ਨੀਤੀਆਂ ਨੂੰ। ਕੋਈ ਵੀ ਬੰਦਾ ਇਹਨਾਂ ਦੇ ਨਾਲ ਅੱਜ ਤੁਰ ਕੇ ਰਾਜੀ ਨਹੀਂ। ਪਾਰਟੀ ਤਾਂ ਹੀ ਛੱਡ ਗਏ ਹੋ। ਐਮਪੀ ਦੀਆਂ ਟ੍ਰਾਂਸਫਰਾਂ ਹੋ ਰਹੀਆਂ, ਉਹੀ ਅਫਸਰ 4-4 ਵਾਰੀ ਬਦਲੇ ਜਾ ਰਹੇ, ਇਹਦੇ ਬਾਰੇ ਕੀ ਕਾਰਨ? ਦੇਖੋ ਇਹ ਤਾਂ ਸ਼ਰੇਆਮ ਤੁਹਾਨੂੰ ਵੀ ਪਤਾ, ਮੀਡੀਆ ਵੀ ਜਾਣਦਾ ਕਿ ਪਹਿਲਾਂ ਜਿੰਨੀ ਕਰਪਸ਼ਨ ਹੋਈ ਆ ਅੱਜ ਉਸ ਅਫਸਰਾਂ ਨੂੰ ਪਿੱਛੇ ਕਰਨ ਲਈ ਵੀ, ਕਿਉਂਕਿ ਕੱਲ੍ਹ ਨੂੰ ਉਹਨਾਂ ਦੇ ਨਾਮ ਨਾ ਆਉਣ, ਅੱਜ ਨਵੇਂ ਅਫਸਰਾਂ ਨੂੰ ਲਿਆ ਕੇ ਉਹਨਾਂ ਦੇ ਥਰੂ ਇਹ ਕਰਨਾ ਚਾਹੁੰਦੇ ਆ ਜਿਹੜੇ ਬਾਦਲ ਦੇ ਰਾਜ ਦੇ ਵਿੱਚ ਪਹਿਲਾਂ ਕਰਪਸ਼ਨ ਕਰਕੇ ਗਏ ਆ। ਦੇਖਿਆ ਗਿਆ ਕਿ ਇੰਪਰੂਵਮੈਂਟ ਟਰਸਟ ਦੇ ਵਿੱਚ ਪਹਿਲੇ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਗਏ ਬੀਜੇਪੀ ਵੱਲੋਂ ਵੀ ਕੀਤਾ ਗਿਆ ਜੀ, ਹੋਰ ਪਾਰਟੀਆਂ ਵੱਲੋਂ ਕੀਤੇ ਗਏ, ਤੁਸੀਂ ਕਿਸ ਤਰੀਕੇ ਕਰੋਗੇ? ਹਾਂ ਜੀ ਹਾਂ, ਬਿਲਕੁਲ। ਅਸੀਂ ਸਾਡੇ ਲੀਡਰ ਦਾ ਸੰਦੇਸ਼ ਹੀ ਇਹੀ ਆ, ਕਰਪਸ਼ਨ ਦੇ ਖਿਲਾਫ ਸਾਡੇ ਲੀਡਰ ਦੀ ਜ਼ੀਰੋ ਟੋਲਰੈਂਸ ਆ ਵੀ ਅਸੀਂ ਜ਼ੀਰੋ ਤੌਰ ਦੇ ਉੱਤੇ ਕੰਮ ਕਰਾਂਗੇ ਕਰਪਸ਼ਨ ਦੇ ਖਿਲਾਫ। ਲੁਧਿਆਣਾ ਤੋਂ ਕੈਮਰਾਮੈਨ ਗਗਨ ਦੇ ਨਾਲ ਰਾਜੇਸ਼ ਮਹਿਰਾ ਦੀ ਰਿਪੋਰਟ, ਸਿਟੀ ਹੋਮ ਨਿਊਜ਼।